ਪਾਰਟੀ ਦੀ ਸਰਕਾਰ ਜਿਹੜੀ ਆ ਇਹਦੀਆਂ ਨੀਤੀਆਂ ਪਹਿਲੀਆਂ ਸਰਕਾਰਾਂ ਵਰਗੀਆਂ ਨਹੀਂ ਹੈਗੀਆਂ। ਅਸੀਂ ਤਾਂ ਚਾਹੁੰਦੇ ਹਾਂ ਕਿਸਾਨ ਇੱਕ ਮੁੱਠ ਰਹਿਣ। ਅਸੀਂ ਇਹ ਕਿਸਾਨ ਪੱਖੀ ਸਰਕਾਰ ਹੈ, ਫਾਰਮਰਜ਼ ਫਰੈਂਡਲੀ ਸਰਕਾਰ ਹੈ। ਮੈਂ ਇੱਕ ਗੱਲ ਜ਼ਰੂਰ ਦਾਅਵੇ ਨਾਲ ਕਹਿੰਦਾ ਹਾਂ, ਜੋ ਰੁਲਦੂ ਮਾਨਸਾ ਜੀ ਵੀ ਕਹਿ ਰਹੇ ਨੇ, ਮੈਂ ਚੈਲੰਜ ਕਰਦਾ ਹਾਂ ਘਣੀਆਂ ਸਾਹਿਬ ਨੂੰ ਕਿ ਉਹ ਦੱਸ ਦੇਣ ਜੋ ਮਾਨ ਸਾਹਿਬ ਦੀ ਸਰਕਾਰ ਨੇ ਮੁੱਖ ਮੰਤਰੀ ਮਾਨ ਸਾਹਿਬ ਦੀ ਅਗਵਾਈ ਵਿੱਚ ਪਿਛਲੇ 7-8 ਮਹੀਨੇ ਦੇ ਵਿੱਚ ਜਿੰਨੇ ਕੰਮ ਕੀਤੇ ਆ, ਪਿਛਲੇ 70 ਸਾਲ ਦੇ ਦੌਰਾਨ ਕਿਸੇ ਵੀ ਸਰਕਾਰ ਨੇ ਆਪਣੀ ਟੈਨਿਓਰ 'ਚ ਪਹਿਲੇ 7 ਮਹੀਨੇ 'ਚ ਇੰਨੇ ਕੰਮ ਕੀਤੇ ਹੋਣ ਮੈਂ ਗਿਣਾ ਸਕਦਾ ਆ। ਪਿਛਲੇ ਕਿਸਾਨਾਂ ਦੇ ਪਿਛਲੀਆਂ ਸਰਕਾਰਾਂ ਦੇ ਬਕਾਏ ਦਿੱਤੇ ਆ। ਮੈਂ ਪਹਿਲਾਂ ਵੀ ਜਿੱਦਣ ਡੱਲੇਵਾਲ ਸਾਹਿਬ ਸੀਗੇ ਮੈਂ ਉਦੋਂ ਵੀ ਗੱਲ ਕਹੀ ਸੀਗੀ, ਪਿਛਲੀਆਂ ਸਰਕਾਰਾਂ ਦੇ ਵੇਲੇ ਦੇ ਬਕਾਏ, ਗੰਨੇ ਦਾ ਬਕਾਇਆ ਅਸੀਂ ਜ਼ੀਰੋ ਕਰ ਦਿੱਤਾ, ਸਾਰੇ ਪੈਸੇ ਦੇ ਦਿੱਤੇ ਆ ਜੀ। ਔਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਦੇ ਬਿੱਲ ਦੇ ਵੀ ਪੈਸੇ ਸੀਗੇ। ਹੋਰ ਕਿਹੜੇ ਕੰਮ ਕੀਤੇ? ਐਮਐਸਪੀ ਅਨਾਉਂਸ ਕੀਤੀ ਅਸੀਂ ਮੂੰਗੀ ਤੇ। ਨਹੀਂ ਪਰ ਸੰਘੇੜਾ ਸਾਹਿਬ ਧਰਨਾ ਪ੍ਰਦਰਸ਼ਨ ਕਿਉਂ ਕਰ ਰਹੇ ਨੇ? ਤੁਹਾਨੂੰ ਵੀ ਲੱਗਦਾ ਬੀਜੇਪੀ ਦੇ ਇਸ਼ਾਰੇ ਤੇ ਹੋ ਰਿਹਾ ਸਭ? ਨਹੀਂ ਦੇਖੋ, ਮੈਂ ਕਿਸਾਨਾਂ ਤੇ ਨਹੀਂ ਕੋਈ ਇਲਜ਼ਾਮ ਲਾਉਣਾ ਚਾਹੁੰਦਾ। ਇਹ ਮਤਲਬ ਇਹ ਅਸੀਂ ਵੀ ਡੋਂਟ ਵਾਂਟ ਟੂ ਗੋ ਟੂ ਫਾਰ, ਪਰ ਮੈਂ ਤਾਂ ਇਹ ਕਹਿਣਾ ਮੈਂ ਥੋੜਾ ਜਿਹਾ ਹੋਰ ਰਿਫਾਈਨ ਕਰ ਦੇਣਾ ਸਵਾਲ ਨੂੰ ਕਿ ਤੁਹਾਨੂੰ ਲੱਗਦਾ ਕਿ ਇਸ ਦੇ ਪਿੱਛੇ ਕੋਈ ਸਿਆਸੀ ਚਾਲ ਹੋ ਸਕਦੀ ਹੈ? ਇਹ ਹੁਣ ਆਪ ਦੱਸਣ। ਇਹ ਸਿਆਸੀ ਚਾਲਾਂ ਤਾਂ ਹਰ ਚੀਜ਼ ਪਿੱਛੇ ਹੀ ਹੁੰਦੀਆਂ ਆ, ਹਰ ਇੱਕ ਚੀਜ਼ ਦੇ ਵਿੱਚ ਸਿਆਸਤ ਹੈ। ਇੱਕ ਦੂਜੇ ਨੂੰ ਛੋਟਾ ਦਿਖਾਉਣ ਦੀ ਸਿਆਸਤ ਵੀ ਹੈ। ਇੱਕ ਦੂਸਰੀ ਇਹ ਵੀ ਆ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਇਮਾਨਦਾਰ ਮੁੱਖ ਮੰਤਰੀ ਦੀ ਇਮਾਨਦਾਰ ਸਰਕਾਰ ਹੈ ਪੰਜਾਬ ਦੇ ਵਿੱਚ, ਉਹਨੂੰ ਫੇਲ ਕਰਨ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਆ। ਮੈਂ ਕਿਸੇ ਤੇ ਸਿੱਧਾ ਇਲਜ਼ਾਮ ਨਹੀਂ ਲਾਉਂਦਾ, ਵੱਖ ਕੁਆਟਰਸ ਤੋਂ ਇਸ ਸਰਕਾਰ ਨੂੰ ਫੇਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਮੋਹਰਾ ਬਣ ਰਹੇ ਨੇ ਡੱਲੇਵਾਲ, ਮਤਲਬ ਤੁਸੀਂ ਇਹ ਕਰ ਰਹੇ ਹੋ ਕਿ ਇੱਕ ਤਰੀਕੇ ਨਾਲ ਮੋਹਰਾ ਬਣਾਇਆ ਜਾ ਰਿਹਾ ਡੱਲੇਵਾਲ? ਮੈਂ ਸਿੱਧਾ ਨਹੀਂ, ਮੈਂ ਸਾਰਿਆਂ ਦਾ ਸਤਿਕਾਰ ਕਰਦਾ, ਮੈਂ ਨਹੀਂ ਕਹਿ ਰਿਹਾ। ਪਰ ਦੇਖੋ, ਤੁਸੀਂ ਦੇਖੋ ਨਾ, ਪਹਿਲਾਂ ਮੁੱਖ ਮੰਤਰੀ ਮਾਨ ਸਾਹਿਬ ਨਾਲ ਮੀਟਿੰਗ ਹੋਈ ਸਾਰੇ ਕਿਸਾਨ ਜਥੇਬੰਦੀਆਂ ਦੀ, ਮਾਨ ਸਾਹਿਬ ਨੇ ਤਾਂ ਕਦੀ ਕਿਸੇ ਜਥੇਬੰਦੀ ਨੂੰ ਨਾ ਹੀ ਨਹੀਂ ਕੀਤੀ। ਉਸ ਤੋਂ ਬਾਅਦ ਸਾਰੀਆਂ ਮੰਗਾਂ ਮੰਨ ਲਈਆਂ, ਫਿਰ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਮੂਹਰੇ ਧਰਨਾ ਲੱਗ ਗਿਆ। ਕਿਸੇ ਵੀ ਜਥੇਬੰਦੀ ਦਾ ਮੈਂ ਨਹੀਂ ਇਸ ਗੱਲ 'ਚ ਜਾਂਦਾ। ਫਿਰ ਜਦੋਂ ਅਸੀਂ ਸਾਰਿਆਂ ਨੇ ਡਿਬੇਟਸ ਵਿੱਚ ਵੀ ਆਪਾਂ ਕੀਤੀਆਂ ਸਾਰੀਆਂ, ਇਹਨਾਂ ਨੂੰ ਵੀ ਜਾ ਕੇ ਕਿਹਾ, ਮੈਂ ਖੇਤੀ ਮੰਤਰੀ ਵੀ ਮਿਲੇ ਜਾ ਕੇ, ਦੱਸੋ ਤੁਸੀਂ ਮੰਗਾਂ ਤਾਂ ਤੁਹਾਡੀਆਂ ਸਾਰੀਆਂ ਮੰਨ ਲਈਆਂ, ਕਾਫੀ ਲਾਗੂ ਵੀ ਕਰਤੀਆਂ। ਫਿਰ ਕਹਿੰਦੇ ਜੀ ਲਿਖਤੀ ਨਹੀਂ ਦਿੱਤਾ। ਫਿਰ ਅਸੀਂ ਲਿਖਤੀ ਦੇ ਦਿੱਤਾ ਸਰਕਾਰ ਨੇ ਕਿ ਹਾਂਜੀ ਆਹ ਤੁਹਾਡੀਆਂ ਮੰਗਾਂ ਮੰਨੀਆਂ ਗਈਆਂ। ਹੁਣ ਕਹਿੰਦੇ ਨਹੀਂ ਜੀ ਨੋਟੀਫਿਕੇਸ਼ਨ ਨਹੀਂ ਹੋਈ। ਦੇਖੋ, ਪੜਾਅਵਾਰ ਮੰਗਾਂ ਲਾਗੂ ਹੋ ਰਹੀਆਂ ਆ। ਮੈਂ ਕਰੋੜਾਂ ਦੀ ਗਿਣਤੀ 'ਚ ਜਿਹੜੇ ਪੈਸੇ ਹੁਣ ਤੱਕ ਕਿਸਾਨਾਂ ਨੂੰ ਦਿੱਤੇ ਆ ਨਾ, ਮੇਰੇ ਕੋਲ ਲਿਸਟ ਹੈ, ਮੈਂ ਹੱਥ ਨਾਲ ਹੁਣੇ ਹੀ ਲਿਖੀ ਆ, ਮੈਨੂੰ ਜ਼ੁਬਾਨੀ ਯਾਦ ਨੇ ਫਿਗਰ ਦੇ ਸਾਰੀਆਂ। ਅਸੀਂ ਜਿੰਨੇ ਪੈਸੇ ਜਿਹੜੀ ਚੀਜ਼ ਦੀ ਰਾਹਤ ਦਿੱਤੀ ਆ, ਪੁਰਾਣੇ ਜਿਹੜੇ ਆਪਣੇ ਸੁੰਡੀ ਪੈ ਗਈ ਸੀ ਨਰਮੇ ਨੂੰ, ਉਦੋਂ ਦੀ ਰਾਹਤ ਵੀ ਹੁਣ ਦਿੱਤੀ ਆ ਕਿਸਾਨ ਮੁੱਖ ਮੰਤਰੀ ਮਾਨ ਸਾਹਿਬ ਨੇ। ਬਹੁਤ ਸਾਰੀਆਂ ਅਸੀਂ ਵੀ ਦਿਖਾ ਰਹੇ ਹਾਂ ਜੋ ਸਰਕਾਰ ਦਾਅਵਾ ਕਰ ਰਹੀ ਹੈ। ਸੰਘੇੜਾ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਸਰਕਾਰ ਨੂੰ ਫੇਲ ਕਰਨ ਦੀ ਇੱਕ ਸਾਜ਼ਿਸ਼ ਹੈ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਧਾਲੀਵਾਲ ਸਾਹਿਬ ਦਾ ਰੁਖ ਕਰਦਾ ਇੱਕ ਵਾਰ। ਇਹਨਾਂ ਤੁਹਾਡੀ ਸਿੱਧਾ ਕਹਿ ਰਿਹਾ, ਵੱਖ-ਵੱਖ ਕੁਆਟਰਸ ਵੱਲੋਂ ਸਰਕਾਰ ਨੂੰ ਫੇਲ ਕਰਨ ਦੀ ਸਾਜ਼ਿਸ਼ ਹੈਗੀ ਆ, ਪਰ ਅਸੀਂ ਇਹ ਜਿਹੜੇ ਵਾਅਦੇ ਕੀਤੇ ਆ ਪੜਾਅਵਾਰ ਪੂਰੇ ਕਰ ਰਹੇ ਹਾਂ ਔਰ ਕਰਾਂਗੇ। ਗੱਲ ਉਹੀ ਆ ਗਈ ਨਾ ਸੰਘੇੜਾ ਸਾਹਿਬ, ਤੁਸੀਂ ਡਾਇਰੈਕਟਲੀ ਨਾਮ ਨਹੀਂ ਲੈ ਰਹੇ, ਤੁਸੀਂ ਕਹਿ ਰਹੇ ਹੋ ਫੇਲ ਕਰਨ ਦੀਆਂ ਕੋਸ਼ਿਸ਼ਾਂ ਨੇ, ਤੇ ਉਧਰ ਰੁਲਦੂ ਸਿੰਘ ਮਾਨਸਾ ਜੀ ਕਹਿ ਰਹੇ ਨੇ ਕਿ ਫੇਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਡੱਲੇਵਾਲ ਜਾਂ ਫਿਰ ਜਿਹੜੀ ਜਥੇਬੰਦੀ ਧਰਨਾ ਲਗਾ ਰਹੀ ਹੈ। ਖੈਰ ਚਲੋ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਧਾਲੀਵਾਲ ਸਾਹਿਬ ਦਾ ਰੁਖ ਕਰਦਾ। ਕੁਲਦੀਪ ਧਾਲੀਵਾਲ ਜੀ ਸਾਡੇ ਨਾਲ ਨੇ। ਧਾਲੀਵਾਲ ਸਾਹਿਬ, ਬੜੀ ਚਰਚਾ 'ਚ ਬੀਜੇਪੀ ਪੰਜਾਬ 'ਚ ਫਿਰ ਦੁਬਾਰਾ, ਹੁਣ ਬੀਜੇਪੀ ਉਹ ਦੱਸ ਦੇਵੇ ਕਿ ਕੌਣ ਬੀਜੇਪੀ ਦੇ ਨਾਲ ਹੈ ਜਾਂ ਬੀਜੇਪੀ ਕਿਸ ਦੇ ਨਾਲ ਮਿਲੀ ਹੋਈ ਹੈ। ਡੱਲੇਵਾਲ ਸਾਹਿਬ, ਰੁਲਦੂ ਸਿੰਘ ਮਾਨਸਾ ਤੇ ਇਲਜ਼ਾਮ ਕਿ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਪੂਰਾ ਮੋਰਚਾ ਲੱਗਿਆ ਸੀ ਉਹਨੂੰ ਪੁੱਟਣ ਦਾ ਕੰਮ ਕੀਤਾ, ਤੇ ਰੁਲਦੂ ਸਿੰਘ ਮਾਨਸਾ ਜੀ ਡੱਲੇਵਾਲ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ। ਗੌਰਵ ਜੀ, ਮੈਂ ਇੱਥੇ ਜਿਹੜੀ ਤੁਹਾਡੇ ਦਰਸ਼ਕਾਂ ਨਾਲ ਇੱਕ ਗੱਲ ਜ਼ਰੂਰ ਕਰਨੀ ਚਾਹੂੰਗਾ ਸਾਂਝੀ, ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਜ਼ਰੂਰ ਕਿਸਾਨਾਂ ਨੂੰ ਪਾੜਨ ਦੇ ਵਿੱਚ ਸਫਲ ਹੋ ਗਈ ਹੈ, ਕਿਉਂਕਿ ਜਿਹੜਾ ਇਮਾਨਦਾਰ ਮੁੱਖ ਮੰਤਰੀ ਸਤਿਕਾਰਯੋਗ ਸਾਡੇ ਭਗਵੰਤ ਸਿੰਘ ਮਾਨ ਦੇ ਜਿਹੜਾ ਬਿਆਨ ਆਇਆ ਨਾ, ਜਿਵੇਂ ਵਾਰ-ਵਾਰ ਇਹ ਕਹਿ ਰਹੇ ਇਮਾਨਦਾਰ ਮੁੱਖ ਮੰਤਰੀ, ਉਹਨਾਂ ਨੇ ਕਿਸਾਨਾਂ ਨੂੰ ਉਹਨਾਂ ਦੇ ਬਿਆਨ ਨਹੀਂ ਪਾੜਨ ਦਾ ਕੰਮ ਕਰਤਾ ਸੀ। ਜਦੋਂ ਉਹਨਾਂ ਨੇ ਕਹਿਤਾ ਸੀਗਾ ਕਿ ਕੁਝ ਜਥੇਬੰਦੀਆਂ ਫੰਡ ਇਕੱਠਾ ਕਰਨ ਨੂੰ ਧਰਨੇ ਲਾਉਂਦੀਆਂ ਹਨ, ਇਹ ਉਹੀ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਕਹਿੰਦੇ ਹੁੰਦੇ ਸੀਗੇ ਕਿ ਧਰਨਿਆਂ ਦੇ ਵਿੱਚੋਂ ਹੀ ਕ੍ਰਾਂਤੀ ਉਪਜਦੀ ਹੈ। ਔਰ ਉਹ ਜਦੋਂ ਕਿਸਾਨਾਂ ਦੀ ਗੱਲ ਇਹ ਕਹਿੰਦੇ ਅਸੀਂ ਕੰਮ ਕੀਤਾ, ਹੁਣੇ ਜਿਹੜੇ ਸਰਕਾਰ ਰੁਲਦੂ ਸਿੰਘ ਮਾਨ ਸਾਹਿਬ ਬੜੇ ਸਤਿਕਾਰਯੋਗ ਨੇ, ਮੈਂ ਬੜਾ ਸਤਿਕਾਰ ਕਰਦਾ ਉਹਨਾਂ ਦਾ, ਔਰ ਬੜੇ ਸਪਸ਼ਟ ਨੇ। ਉਹਨਾਂ ਨੇ ਆਪਦੀ ਰਾਜਨੀਤਿਕ ਮਨਸ਼ਾ, ਆਪਦੀ ਜਿਹੜਾ ਉਹਨਾਂ ਦੀ ਪਾਰਟੀ ਹੈ,
ਉਹਦੇ ਬਾਰੇ ਵੀ ਬੜਾ ਸਪਸ਼ਟ ਗੱਲ ਕਹੀ ਹੈ, ਔਰ ਇਸ ਗੱਲ ਦਾ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ, ਖੁੱਲ੍ਹ ਕੇ ਗੱਲ ਕਰਨੀ ਚਾਹੀਦੀ। ਔਰ ਇਹ ਗੱਲਾਂ ਜਿਹੜੀਆਂ ਅਸੀਂ ਪਹਿਲਾਂ ਕਹੀਆਂ ਸੀ ਉਹ ਸਾਹਮਣੇ ਵੀ ਆ ਗਈਆਂ ਇਹਨਾਂ ਦੇ ਇਸ ਸਪਸ਼ਟਤਾ ਦੇ ਨਾਲ। ਇਹ ਜਿਹੜੀ ਗੱਲਬਾਤ ਅੱਜ ਚੱਲ ਰਹੀ ਹੈ, ਆਮ ਆਦਮੀ ਪਾਰਟੀ ਨੇ, ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਨੂੰ ਪਾੜਿਆ ਔਰ ਪਾੜ ਕੇ ਲੜਾ ਕੇ ਜਿਹੜਾ ਹੈਗਾ ਸਾਰੀਆਂ ਮੰਗਾਂ ਛਿੱਕੇ ਟੰਗਦੀਆਂ। ਹੁਣ ਕਿਉਂ, ਕਿਵੇਂ ਤੁਸੀਂ ਦੱਸ ਦਿਓ ਨਾ, ਐਗਜ਼ਾਮਪਲ ਦੇ ਦਿਓ ਕਿ ਕਿਹੜੀਆਂ ਧਿਰਾਂ ਲੱਗਦੀਆਂ ਨੇ ਤੁਹਾਨੂੰ ਜਿਨ੍ਹਾਂ ਨੂੰ ਪਾਲਿਆ ਗਿਆ ਜਾਂ ਉਹ ਕਿਹਾ ਜਾਂਦਾ ਨੇ ਕਿ ਵੰਡ ਕਰੋ ਤੇ ਰਾਜਨੀਤੀ ਕਰੋ ਇਸ ਤਰੀਕੇ ਦੇ ਨਾਲ। ਬਿਲਕੁਲ ਵੰਡੋ ਤੇ ਰਾਜਨੀਤੀ ਕਰੋ। ਰਾਜਨੀਤੀ ਹੋ ਰਹੀ ਹੈ, ਪੰਜਾਬ ਦੀਆਂ ਮੰਗਾਂ ਦਰਕਿਨਾਰ ਕਰਤੀਆਂ। ਜਿਹੜੀ ਮੈਂ ਤੁਹਾਨੂੰ ਇਹੀ ਗੱਲ ਦੱਸਣਾ ਚਾਹੁੰਦਾ, ਜਿਹੜੇ 80% ਦੀ ਗੱਲ ਕਰ ਰਹੇ ਆ ਨਾ ਸਰਦਾਰ ਰੁਲਦੂ ਸਿੰਘ ਮਾਨ ਸਾਹਿਬ, ਮੈਂ ਇਹਨਾਂ ਨੂੰ ਹੁਣ ਪੁੱਛਣਾ ਚਾਹੁੰਦਾ, ਮੇਰੇ ਸਵਾਲਾਂ ਦਾ ਜਵਾਬ ਦੇ ਦੇਣਾ। ਕਿਹੜਾ ਮੁਆਵਜ਼ਾ ਹੈ ਜਿਹੜਾ ਇਹਨਾਂ ਨੇ ਦੇਤਾ? ਕੀ ਖੜੀ ਫਸਲ ਦਾ ਮੁਆਵਜ਼ਾ ਮਿਲ ਗਿਆ? ਕੀ ਮੂੰਗੀ ਦਾ ਮੁਆਵਜ਼ਾ ਮਿਲ ਗਿਆ? ਕੀ ਜਿਹੜਾ ਮੁਕਤਸਰ ਦੇ ਵਿੱਚ ਫਸਲ ਮਰੀ ਸੀ ਉਹਦਾ ਮੁਆਵਜ਼ਾ ਮਿਲ ਗਿਆ? ਲੰਬੀ ਦੇ ਵਿੱਚ ਕਿਸਾਨ ਕੱਟੇ ਗਏ ਸੀ ਉਹਦਾ ਕੀ ਬਣਿਆ? ਮਾਈਨਿੰਗ ਐਕਟ ਦੇ ਜਿਹੜੇ ਪਰਚੇ ਹੋਏ ਉਹਨਾਂ ਦਾ ਕੀ ਬਣਿਆ? ਪਰਾਲੀ ਦੇ ਪਰਚਿਆਂ ਦਾ, ਪਰਾਲੀ ਪ੍ਰਬੰਧਨ ਦਾ ਪੈਸਾ ਜਿਹੜਾ ਸਰਕਾਰ ਨੇ ਫੁਰਦ ਕਰਤਾ ਉਹਦਾ ਕੀ ਬਣਿਆ? ਤੇ ਬਾਕੀ ਜਿਹੜੀਆਂ ਕਿਸਾਨਾਂ ਕੋਲੇ 46 ਮੰਗਾਂ ਦਾ ਚਾਰਟਰ ਹੈ ਉਹਦਾ ਕੀ ਬਣਿਆ? ਇੱਕ ਦਾ ਨੋਟੀਫਿਕੇਸ਼ਨ ਨਹੀਂ ਹੋਇਆ, ਇੱਕ ਦਾ ਵੀ। ਮੈਂ ਜਵਾਬ ਲੈ ਲਵਾਂ ਧਾਲੀਵਾਲ ਸਾਹਿਬ ਸੰਘੇੜਾ ਜੀ ਤੋਂ ਜਵਾਬ ਲੈ ਲਵਾਂ। ਥੋੜਾ ਜਿਹਾ ਤੁਹਾਡਾ ਆਡੀਓ 'ਚ ਵੀ ਇਸ਼ੂ ਲੱਗ ਰਿਹਾ ਹੈ, ਮੇਰੀ ਟੀਮ ਤੁਹਾਨੂੰ ਦੁਬਾਰਾ ਜੋੜੇਗੀ। ਸੰਘੇੜਾ ਸਾਹਿਬ ਜਵਾਬ ਦੇ ਦਿਓ। ਸੰਘੇੜਾ ਸਾਹਿਬ, ਮੈਂ ਪਹਿਲਾਂ ਤਾਂ ਨਾਂ ਨਹੀਂ ਸੀ ਲਿਆ, ਮੈਂ ਹੁਣ ਨਾਂ ਵੀ ਲੈ ਦਿੰਦਾ ਆ ਕਿ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਔਰ ਆਮ ਆਦਮੀ ਪਾਰਟੀ ਸਭ ਤੋਂ ਛੋਟੀ ਪਾਰਟੀ ਹੈ ਔਰ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ। ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਦਾ ਟਿੱਲ ਤੱਕ ਜ਼ੋਰ ਲੱਗਿਆ ਪਿਆ ਕਿ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਫੇਲ ਕੀਤਾ ਜਾਵੇ। ਭਾਰਤੀ ਜਨਤਾ ਪਾਰਟੀ ਇਹ ਸਾਰੀਆਂ ਸਾਜ਼ਿਸ਼ਾਂ ਦੇ ਪਿੱਛੇ। ਇਹ ਮੈਂ ਧਾਲੀਵਾਲ ਸਾਹਿਬ ਮੂੰਗੀ ਦਾ ਕਹਿ ਰਹੇ ਆ, 40 ਕਰੋੜ ਦੀ ਮੂੰਗੀ ਖਰੀਦੀ ਆ। ਇਹ ਜਿਹੜੀ MSP ਅਸੀਂ ਡਿਕਲੇਅਰ ਕੀਤੀ ਸੀਗੀ ਉਹ ਤੇ 3457 ਕਿਸਾਨਾਂ ਨੂੰ ਫਾਇਦਾ ਹੋਇਆ। ਉਸ ਤੋਂ ਬਾਅਦ ਜਿਹੜੀ MSP ਤੇ ਘੱਟ ਵਿਕੀ ਸੀਗੀ, ਮੁੱਖ ਮੰਤਰੀ ਸਾਹਿਬ ਨੇ ਕੈਬਨਿਟ 'ਚ ਪਾਸ ਕੀਤਾ ਕਿ 1000 ਰੁਪਇਆ ਅਸੀਂ ਕੰਪਨਸੇਟ ਕਰਾਂਗੇ। 26 ਕਰੋੜ ਰੁਪਏ ਉਹਦੇ ਵੀ ਵੰਡੇ ਜਾ ਚੁੱਕੇ ਆ। ਪਰ ਇਹ ਕਿਹੜੇ ਮੁੱਦੇ ਕਹਿੰਦੇ ਆ? ਪਹਿਲੀ ਵਾਰੀ ਆ ਹਿਸਟਰੀ। ਉਹ ਸਾਰੀਆਂ ਫਿਗਰਸ ਚੱਲ ਰਹੀਆਂ ਨੇ ਗ੍ਰਾਫਿਕਸ ਦੇ ਜ਼ਰੀਏ, ਜਿਹੜੇ ਤੁਸੀਂ ਬਿਆਨ ਜਾਰੀ ਕੀਤੇ ਨੇ ਜਾਂ ਸਰਕਾਰ ਨੇ ਡੇਟਾ ਜਾਰੀ ਕੀਤਾ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਗ੍ਰਾਫਿਕਸ ਦੇ ਜ਼ਰੀਏ ਦਿਖਾਉਂਦੇ ਰਹੀਏ। ਮੈਂ ਰੁਲਦੂ ਸਿੰਘ ਮਾਨਸਾ ਜੀ ਤੁਹਾਡੇ ਕੋਲ ਆਵਾਂਗਾ, ਪਰ ਉਸ ਤੋਂ ਪਹਿਲਾਂ ਕਣੀਆਂ ਸਾਹਿਬ ਦਾ ਇੱਕ ਵਾਰੀ ਰੁਕ ਕਰ ਲਵਾਂ। ਇੰਦਰਜੀਤ ਜੀ, ਬਹੁਤ ਸਾਰੇ ਇਸ ਸਮੇਂ ਇਲਜ਼ਾਮ ਲੱਗ ਰਹੇ ਨੇ, ਪਰ ਦੇਖੋ ਗੱਲ ਹੈ ਮੰਗਾਂ ਦੀ। ਸਰਕਾਰ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਮੰਗਾਂ ਤਾਂ ਇੱਕ ਕਰਕੇ ਅਸੀਂ ਪੂਰੀਆਂ ਕਰ ਰਹੇ ਹਾਂ। ਪਹਿਲਾਂ ਮੰਗਾਂ ਮੰਨੀਆਂ, ਤੁਸੀਂ ਕਿਹਾ ਲਿਖਤੀ ਦਿਓ, ਲਿਖਤੀ ਦਿੱਤੀਆਂ, ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਨੋਟੀਫਿਕੇਸ਼ਨ ਕਰੋ। ਸਮਾਂ ਲੱਗਦਾ ਹੈ ਸਰ ਹਰ ਚੀਜ਼ ਨੂੰ। ਤੇ ਦੂਜੇ ਪਾਸੇ ਫੇਲ ਕਰਨ ਦੀ ਕੋਸ਼ਿਸ਼ ਹੈ ਸਰਕਾਰ ਨੂੰ, ਤੇ ਇੱਕ ਤਰੀਕੇ ਨਾਲ ਉਹ ਇਸ਼ਾਰਾ ਕਰ ਰਹੇ ਨੇ ਕਿ ਤੁਸੀਂ ਮੋਹਰਾ ਬਣ ਰਹੇ ਹੋ ਉਸ ਦੇ ਲਈ। ਡੱਲੇਵਾਲ ਸਾਹਿਬ ਮੋਹਰਾ ਬਣ ਰਹੇ ਨੇ। ਦੇਖੋ ਜੀ, ਗੱਲ ਇਹ ਹੈਗੀ ਹੈ ਵੀ ਜਿਹੜੀਆਂ ਅਸੀਂ ਕਦੇ ਨਹੀਂ ਕਿਹਾ ਵੀ ਇਹਨਾਂ ਨੇ ਮੰਗਾਂ ਮੰਨੀਆਂ ਨਹੀਂ, ਮੰਗਾਂ ਮੰਨੀਆਂ, ਸਾਰੇ ਹੀ ਪੁਆਇੰਟ ਮੰਨੇ ਹੋਏ ਆ, ਪਰ ਗੱਲ ਉਹਨਾਂ ਨੂੰ ਲਾਗੂ ਕਰਨ ਦੀ ਹੈ। ਮੈਥੋਂ ਪਹਿਲਾਂ ਸੰਘੇੜਾ ਸਾਹਿਬ ਵੀ ਕਹਿ ਗਏ ਤੇ ਮਾਨਸਾ ਸਾਹਿਬ ਵੀ ਕਹਿ ਗਏ ਵੀ ਸਰਕਾਰ ਨੇ ਬੜੇ ਥੋੜੇ ਸਮੇਂ ਦੇ ਵਿੱਚ ਬੜੇ ਵੱਡੇ ਮਾਰ ਲਏ। ਮੈਨੂੰ ਇੱਕੋ ਗੱਲ ਦਾ ਜਵਾਬ ਦੇ ਦਿਓ, ਕਿਸਾਨੀ ਮਸਲਿਆਂ ਤੋਂ ਹਟ ਕੇ ਗੱਲ ਕਰੀਏ। ਵੱਡਾ ਮਸਲਾ ਜਿਹੜਾ ਸੀਗਾ ਨਸ਼ੇ ਦਾ ਸੀਗਾ, ਰੇਤੇ ਦਾ ਮਸਲਾ ਸੀਗਾ। ਸਾਨੂੰ ਸੰਘੇੜਾ ਸਾਹਿਬ ਦੱਸਣ ਵੀ ਨਸ਼ਾ ਕਿੰਨਾ ਘਟ ਗਿਆ। ਰੇਤੇ ਦਾ, ਸਾਡਾ ਜੱਟੂ ਭਾਸ਼ਾ ਨਾ ਕਰੀਏ, ਰੇਤੇ ਦੀ ਟਰਾਲੀ ਸੀ 3000 ਦੀ ਲੈਂਦੇ ਸੀ, ਅੱਜ 5500 ਦੀ ਮਿਲਦੀ ਹੈ। ਨਸ਼ੇ ਦਾ ਕੀ ਬਣਿਆ? ਤੇ ਦੂਜੀ ਗੱਲ, ਜੇ ਮੈਂ ਆਪਦੇ ਕਿਸਾਨੀ ਮਸਲਿਆਂ ਦੀ ਗੱਲ ਕਰਾਂ, ਇਹਨਾਂ ਨੇ ਕਿਹਾ ਲਾਈਟ ਬਿਜਲੀ ਬੜੀ ਦੇਤੀ ਅਸੀਂ। ਹੁਣ ਦੱਸੋ ਸਾਨੂੰ, ਅਸੀਂ ਤੁਹਾਨੂੰ, ਤੁਹਾਡੇ ਕੋਲੇ ਮੀਡੀਆ ਦੇ ਕੋਲੇ ਸਾਰੀਆਂ ਰਿਪੋਰਟਾਂ ਪਈਆਂ। ਸੀਜ਼ਨ ਤਾਂ ਅਸੀਂ ਝੋਨੇ ਦਾ ਧਰਨੇ ਲਾ ਕੇ ਰੋਡ ਬਲੌਕ ਕਰਕੇ ਲੰਘਾਇਆ। ਜਦੋਂ ਅਸੀਂ ਧਰਨੇ ਤੇ ਆਉਂਦੇ ਸੀ ਫੇਰ ਲਾਈਟ ਦਾ ਪ੍ਰਬੰਧ ਹੁੰਦਾ ਸੀ, ਵਰਨਾ ਲਾਈਟ ਬੰਦ ਹੁੰਦੀ ਸੀ। ਵੱਡੇ ਪੀਸੀ ਕੱਟ ਕਹਿ ਕੇ ਸਬ ਡਿਵੀਜ਼ਨ ਵਾਲੇ ਕਿਸਾਨਾਂ ਨੂੰ ਜਵਾਬ ਦੇ ਦਿੰਦੇ ਸੀਗੇ। ਔਰ ਮੂੰਗੀ ਤੇ ਇਹਨਾਂ ਨੇ ਕਿਹਾ ਵੀ ਅਸੀਂ ਕਿਸਾਨੂੰ ਮੂੰਗੀ ਵੇਚ ਲਓ, ਅਸੀਂ MSP ਦੇਵਾਂਗੇ 7200 ਤੋਂ ਉੱਪਰ। ਅੱਜ ਵੱਡੀ ਤਾਦਾਦ ਹੈ ਕਿਸਾਨਾਂ ਦੀ ਜਿਨ੍ਹਾਂ ਦੀ ਮੂੰਗੀ MSP ਤੋਂ ਘੱਟ ਵਿਕੀ ਹੈ। ਸਾਹਿਬ ਆਪਾਂ ਬਿਲਕੁਲ ਮੰਗਾਂ ਦੇ ਉੱਤੇ ਆਈਏ ਨਾ, CM ਨੇ ਜਵਾਬ ਉਹੀ ਗੱਲ ਕਹਿ ਰਹੇ ਹਾਂ ਕਿ ਫਿਰ ਇਹ ਤਾਂ ਬਹੁਤ, ਹੁਣ ਤੁਸੀਂ ਰੇਤੇ ਵਾਲੇ ਪਾਸੇ ਚਲੇ ਗਏ, ਨਸ਼ੇ ਵਾਲੇ ਪਾਸੇ ਚਲੇ ਗਏ। ਗੱਲ ਮੰਗਾਂ ਦੇ ਉੱਤੇ ਆਓ। ਜਿਹੜੇ ਆ ਤੁਸੀਂ ਪੁਆਇੰਟ ਕਹਿ ਰਹੇ ਹੋ, ਸਰਕਾਰ ਕਹਿ ਰਹੀ ਹੈ ਕਿ ਅਸੀਂ ਮੰਨ ਚੁੱਕੇ ਹਾਂ, ਸਾਨੂੰ ਸਮਾਂ ਦਿਵੋ, ਅਸੀਂ ਲਾਗੂ ਕਰ ਦੇਵਾਂਗੇ। ਮੰਗਾਂ ਦਾ ਇਹ ਹੈ ਜੀ ਵੀ ਵੇਖੋ, ਹੁਣ ਜਿਹੜੀ ਜੁਮਲਾ ਮਾਲਕਾਨਾ ਜ਼ਮੀਨ ਹੈ
ਇਹ ਸਾਡੇ ਕੋਲੇ ਮੰਨੇ ਹੋਏ ਹੈ। ਲੱਖਾਂ ਏਕੜ ਜ਼ਮੀਨ ਹੈ, ਲਗਭਗ 30,000 ਪਰਿਵਾਰ ਰੋਜੀ ਰੋਟੀ ਆ ਉਹਦੇ ਤੇ ਜੁੜੀ ਹੋਈ। ਬੇਆਬਾਦ ਜ਼ਮੀਨ ਲੋਕਾਂ ਨੇ ਆਬਾਦ ਕੀਤੀ ਹੈ ਮਿਹਨਤਾਂ ਕਰਕੇ। ਅੱਜ ਇਹ ਸਰਕਾਰ ਮੰਨੀ ਤਾਂ ਇਹ ਹੈ ਵੀ ਇਹ ਜ਼ਮੀਨ ਅਸੀਂ ਕਿਸਾਨਾਂ ਨੂੰ ਹੀ ਦੇਵਾਂਗੇ। ਅੱਜ ਨੋਟੀਫਿਕੇਸ਼ਨ ਪੰਚਾਇਤਾਂ ਦੇ ਨਾਮ ਤੇ ਕੀਤਾ ਹੋਇਆ ਹੈ। ਕੀ ਹੈ ਜਿਹੜੀ ਅਸੀਂ ਉਹ ਲੜਾਈ ਲੜ ਕੇ ਆਏ ਵੀ ਇਹ ਜ਼ਮੀਨ ਇਹ ਕਾਨੂੰਨ ਸਾਡੇ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੇ ਹੈ, ਕਿ ਇਹ ਜ਼ਮੀਨ ਸਾਡੀ ਫਿਰ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਦੇਣ ਤੇ ਨਹੀਂ ਤੁਰੀ ਹੋਈ। ਫਿਰ ਦੱਸਣ ਨਰਮੇ ਦਾ ਖਰਾਬਾ ਹੋਇਆ, ਕਿੰਨੇ ਕਿਸਾਨਾਂ ਨੂੰ ਇਹਨਾਂ ਨੇ ਜਿਹੜਾ ਹੈਗਾ ਵੀ ਮੁਆਵਜ਼ਾ ਦਿੱਤਾ। ਪਰਾਲੀ ਦੀ ਗੱਲ ਹੈ, ਮਾਨਸਾ ਸਾਹਿਬ ਨੇ ਵੀ ਕਹਿਤਾ, ਇਹਨਾਂ ਨੇ ਵੀ ਕਹਿਤਾ ਅਸੀਂ ਪਰਾਲੀ ਦਾ ਪ੍ਰਬੰਧ ਕਰਤਾ। ਜੇ ਸਾਡੇ ਕਿਸਾਨਾਂ ਨੇ ਕੋਈ ਪ੍ਰਬੰਧ ਕੀਤੇ, ਵੱਡੀਆਂ ਮਸ਼ੀਨਾਂ ਲਈਆਂ, ਅੱਗ ਲੱਗਣੋਂ ਜੇ ਘਟੀਆ ਸਾਡੇ ਕਿਸਾਨਾਂ ਨੇ ਵੱਡੀਆਂ ਮਸ਼ੀਨਾਂ ਲਈਆਂ ਜਿਹੜੀਆਂ ਲੱਖਾਂ ਰੁਪਈਆ 'ਚ ਖਰੀਦੀਆਂ ਜਾਂਦੀਆਂ, ਔਰ ਅਸੀਂ ਪਿੱਟਦੇ ਆਏ ਵੀ ਕਿਸਾਨ ਦਾ ਖਰਚਾ ਆਉਂਦਾ ਹੈ। ਸਾਡਾ ਅੱਗ ਲਾਉਣਾ ਕੋਈ ਸ਼ੌਂਕ ਨਹੀਂ, ਸਾਡੀ ਮਜਬੂਰੀ ਹੈ। ਸਾਨੂੰ ਕੰਪਨਸੇਸ਼ਨ ਕਰੋ ਇਹਦੇ ਉੱਤੇ। ਸਾਨੂੰ ਐਨਜੀਟੀ ਨੇ ਵੀ ਕਿਹਾ, ਸਰ ਮੈਂ ਤਾਂ ਇਹ ਸਮਝਣਾ ਚਾਹ ਰਿਹਾ ਤੁਹਾਡੀ ਮੰਗ ਕਿਸਾਨਾਂ ਨੂੰ ਇਹਨਾਂ ਨੂੰ ਗੱਲ ਨੂੰ ਲੈ ਕੇ ਮਰਨ ਵਰਤ ਸ਼ੁਰੂ ਹੋਇਆ, ਤੁਸੀਂ ਉਹ ਦੱਸੋ। ਮੰਗ ਸਾਡੀ ਮੰਨੇ ਹੋਏ ਨੇ। ਇਹਨਾਂ ਨੇ ਕਿਹਾ ਸੀ 2500 ਰੁਪਇਆ। ਸੁਣੋ ਜੀ, ਸੁਣੋ, ਮਾਨ ਸਾਹਿਬ ਨੇ ਕਿਹਾ ਸੀ 2500 ਰੁਪਇਆ ਕਿਸਾਨਾਂ ਨੂੰ ਪਰ ਕਿੱਲੇ ਦਾ ਦੇਵਾਂਗੇ, 1500 ਅਸੀਂ ਦੇਵਾਂਗੇ, 500 ਰੁਪਇਆ ਜਿਹੜੀ ਕੇਜਰੀਵਾਲ ਸਰਕਾਰ ਦੇਊ, 500 ਸੈਂਟਰ ਤੋਂ ਲੈ ਕੇ ਦੇਵਾਂਗੇ। ਅੱਜ ਉਹ ਜਿਹੜਾ ਸਾਨੂੰ ਦੇਣ ਤੋਂ ਮੁੱਕਰ ਚੁੱਕੇ ਹੈ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਹੈ, ਰੈੱਡ ਐਂਟਰੀਆਂ ਕੀਤੀਆਂ ਉਹਦੇ ਉਲਟ, ਤੇ ਕਿਸਾਨਾਂ ਨੂੰ ਵੱਡੀਆਂ ਵੱਡੀਆਂ ਧਮਕੀਆਂ, ਉਹਨਾਂ ਦੇ ਲਾਇਸੈਂਸ ਕੈਂਸਲ ਕਰਨੇ ਵਰਗੀਆਂ ਹੋਈਆਂ। ਮੰਗ ਮੈਂ ਫਿਰ ਦੁਬਾਰਾ ਆ ਰਿਹਾ ਕਣੀਆ ਸਾਹਿਬ, ਬਹੁਤ ਉਲਝ ਗਿਆ ਮਾਮਲਾ, ਤੁਹਾਡੇ ਬਿਆਨਾਂ ਦੇ ਨਾਲ ਹੀ ਉਲਝ ਗਿਆ। ਥੋੜਾ ਜਿਹਾ ਸੁਣੋ, ਮੈਨੂੰ ਵੀ ਸੁਣ ਲਓ ਇੱਕ ਵਾਰੀ। ਮੇਰਾ ਸਵਾਲ ਇਹ ਹੈ ਕਿ ਤੁਸੀਂ ਸਿੱਧੀਆਂ ਮੰਗਾਂ ਦੱਸੋ ਨਾ, 2 3 4 ਕੀ ਇਹ ਨਹੀਂ ਪੂਰੀਆਂ ਹੋ ਰਹੀਆਂ, ਇਸ ਤੋਂ ਬਾਅਦ ਮਰਨ ਵਰਤ ਖਤਮ ਹੋਏਗਾ। ਇਹ ਉਲਝ ਗਿਆ ਕੰਮ ਬਹੁਤ ਜ਼ਿਆਦਾ। ਤੁਸੀਂ ਵਿੱਚੇ ਨਸ਼ਾ, ਵਿੱਚੇ ਤੁਸੀਂ ਰੇਤਾ, ਵਿੱਚੇ ਤੁਸੀਂ ਬਾਕੀ ਚੀਜ਼ਾਂ ਲਿਆ ਕੇ ਜੋੜਤੀਆਂ, ਉਹ ਬਹੁਤ ਉਲਝ ਗਿਆ ਮਾਮਲਾ। ਡਾਇਰੈਕਟਲੀ ਦੱਸੋ ਕਿ ਕਿਹੜੀਆਂ ਮੰਗਾਂ ਨੂੰ ਲੈ ਕੇ ਇਸ ਸਮੇਂ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ। ਬਿਲਕੁਲ ਬਿਲਕੁਲ, ਮੈਂ ਦੱਸਿਆ ਵੀ ਪਰਾਲੀ ਦਾ ਮਸਲਾ ਹੈ। ਸਾਡੇ ਕਿਸਾਨਾਂ ਨੂੰ ਮੰਨੇ ਹੈ ਵੀ ਅਸੀਂ ਪਰਾਲੀ ਦਾ ਜਿਹੜਾ ਤੁਹਾਨੂੰ ਹੈਗਾ ਮੁਆਵਜ਼ਾ ਦੇਵਾਂਗੇ। 1500 ਰੁਪਇਆ ਪੰਜਾਬ ਸਰਕਾਰ ਦੇਊਗੀ, 500 ਰੁਪਇਆ ਕੇਜਰੀਵਾਲ ਸਰਕਾਰ ਤੋਂ ਲੈ ਕੇ ਦੇਵਾਂਗੇ, 500 ਰੁਪਇਆ ਕੇਂਦਰ ਸਰਕਾਰ ਤੋਂ ਲੈ ਕੇ ਦੇਵਾਂਗੇ। ਮੰਨਿਆ ਇਹਨਾਂ ਦੀਆਂ ਸਟੇਟਮੈਂਟ ਹੈ। ਅੱਜ ਉਹਦੇ ਤੋਂ ਮੁੱਕਰ ਗਏ ਇਹ ਜੀ। ਉਹਦੇ ਤੋਂ ਕੀ ਹੈ, ਕਿਸਾਨਾਂ ਦੇ ਉੱਤੇ ਸਮਾਂ ਪਰਚੇ ਕਰਤੇ, ਰੈੱਡ ਐਂਟਰੀਆਂ ਕਰਤੀਆਂ, ਉਹ ਦੇਣ ਦੀ ਬਜਾਏ ਨਰਮਾ ਤਬਾਹ ਹੋਇਆ। ਲੋਕਾਂ ਨੂੰ ਉਹਦਾ ਮੁਆਵਜ਼ਾ ਮੰਨੇ ਆ ਵੀ ਅਸੀਂ ਦੇਵਾਂਗੇ, ਮੰਨੀਆਂ ਹੋਈਆਂ ਮੰਗਾਂ ਉਹ ਨਹੀਂ ਹਲੇ ਤੱਕ ਦਿੱਤਾ। ਤੁਸੀਂ ਦੇਖੋ ਕਿਸਾਨਾਂ ਨੇ ਫਸਲਾਂ ਦੇ ਸਿਰ ਤੇ ਬੜੇ ਵੱਡੇ ਕਾਰਜ ਕਰਨੇ ਹੁੰਦੇ ਆ, ਸ਼ਾਦੀਆਂ ਰਚੀਆਂ ਹੁੰਦੀਆਂ, ਹੋਰ ਕਾਰਜ ਹੁੰਦੇ ਆ। ਫਸਲ ਜਿਹੜੀ ਅੱਧ ਵਿਚਾਲੇ ਆ ਕੇ ਕਿਸਾਨਾਂ ਨੂੰ ਵਾਹੁਣੀ ਪੈਗੀ, ਉਹਦਾ ਜਿਹੜਾ ਹੈਗਾ ਮੁਆਵਜ਼ਾ ਨਹੀਂ ਹਲੇ ਤੱਕ ਮਿਲਿਆ ਕਿਸਾਨਾਂ ਨੂੰ। ਤੇ ਆ ਜਿਹੜੀ ਜ਼ਮੀਨ ਦੀ ਮੈਂ ਗੱਲ ਕੀਤੀ ਹੈ, ਜੁਮਲਾ ਮੁਸ਼ਤਰਕਾ ਮਾਲਕਾਨਾ ਜ਼ਮੀਨ, ਇਹ ਮੰਨੇ ਹੈ ਵੀ ਅਸੀਂ ਜਿਹੜਾ ਹੈਗਾ ਇਹਦੇ ਤੇ ਇਹ ਕਿਸਾਨਾਂ ਨੂੰ ਹੀ ਦੇਵਾਂਗੇ। ਹੁਣ ਉਹਦੇ ਤੇ ਨੋਟੀਫਿਕੇਸ਼ਨ ਪੰਚਾਇਤਾਂ ਦੇ ਨਾਮ ਤੇ ਕਰਤਾ, ਉਹ ਨੋਟੀਫਿਕੇਸ਼ਨ ਰੱਦ ਕਰਕੇ ਲੋਕਾਂ ਨੇ ਉਹ ਜ਼ਮੀਨਾਂ ਨੂੰ ਆਬਾਦ ਕੀਤਾ, ਉਹਦੇ ਹੱਕ ਉਹਨਾਂ ਨੂੰ ਮਿਲਣੇ ਚਾਹੀਦੇ ਆ। ਉਹ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈਗਾ ਪੰਚਾਇਤਾਂ ਦੇ ਨਾਮ ਤੇ। ਚਲੋ ਮੈਂ ਹੁਣ ਜਵਾਬ ਲੈ ਲਵਾਂ। ਦੇ ਨਾਮ ਤੇ ਝੋਨਾ ਤਬਾਹ ਹੋਇਆ, ਕਿਹੜੇ ਕਿਸਾਨ ਦੇ ਖਾਤੇ 'ਚ ਠੀਕ ਹੈ, ਆਪਾਂ ਜਵਾਬ ਲੈ ਲਈਏ। ਮੈਂ ਠੀਕ ਹੈ ਸੰਘੇੜਾ ਸਾਹਿਬ, ਛੋਟਾ ਜਿਹਾ ਆਨਸਰ ਤੁਹਾਡਾ ਜ਼ਰੂਰੀ ਹੈ। ਗੌਰਵ ਜੀ, ਮੈਂ ਤਾਂ ਇੱਕ ਸਪਸ਼ਟ ਗੱਲ ਕਰਨੀ ਚਾਹੁੰਦਾ। ਘਣੀਆ ਸਾਹਿਬ ਜੀ, ਹੁਣ ਵਿੱਚ ਨਾ ਬੋਲਿਓ, ਮੇਰੀ ਗੱਲ ਸੁਣ ਲਓ ਧਿਆਨ ਨਾਲ। ਪਰਾਲੀ ਦੀ ਗੱਲ ਜਿੱਥੋਂ ਤੱਕ ਹੈ, ਪਰਾਲੀ ਪਿਛਲੇ ਸਾਲਾਂ ਨਾਲੋਂ ਘੱਟ ਸੜੀ ਹੈ। ਕਿ ਸਰਕਾਰ ਨੇ ਲੱਖਾਂ ਰੁਪਏ ਦੀਆਂ ਮਸ਼ੀਨਾਂ ਦਿੱਤੀਆਂ, ਸਾਰਾ ਕੁਝ ਕੀਤਾ ਆ, ਕਾਫੀ ਹੱਦ ਤੱਕ ਕੀਤਾ ਆ, ਔਰ ਕੇਂਦਰ ਸਰਕਾਰ ਮੁੱਕਰ ਗਈ ਹੈ ਮੁਆਵਜ਼ਾ ਦੇਣ ਤੋਂ। ਉਹਨਾਂ ਨੇ ਸਾਡੀ ਸਕੀਮ ਨੂੰ ਪਾਸ ਹੀ ਨਹੀਂ ਕੀਤਾ। ਸਰਕਾਰੀ ਕੰਮ ਜਿਹੜਾ ਕਿਸੇ ਤਰ੍ਹਾਂ ਜਦੋਂ ਸਕੀਮ ਪਾਸ ਹੁੰਦੀ ਹੈ ਫੇਰ ਹੀ ਲਾਗੂ ਹੁੰਦੀ ਹੈ ਨਾ, ਉਸ ਤਰ੍ਹਾਂ ਤਾਂ ਦੂਸਰੇ ਪਾਸੇ ਗੱਲ ਚੱਲ ਜਾਏਗੀ। ਔਰ ਮੈਨੂੰ ਹੁਣ ਗੱਲ ਕਰ ਲੈਣ ਦਿਓ ਨਾ, ਆਪਾਂ ਵਿੱਚ ਨਾ ਬੋਲੀਏ। ਔਰ ਗੌਰਵ ਜੀ, ਅਰਵਿੰਦ ਕੇਜਰੀਵਾਲ ਸਾਹਿਬ ਨੇ, ਰਾਸ਼ਟਰੀ ਕਨਵੀਨਰ ਨੇ, ਬਕਾਇਦਾ ਤੌਰ ਤੇ ਇਸ ਗੱਲ ਨੂੰ ਕਨਫੈਸ ਕੀਤਾ ਆ ਕਿ ਅਸੀਂ ਐਤਕੀ ਪਰਾਲੀ ਦੇ ਮਾਮਲੇ 'ਚ ਬਹੁਤਾ ਕੁਝ ਨਹੀਂ ਕਰ ਸਕੇ ਬਾਈ ਦਾ ਨੈਕਸਟ ਈਅਰ, ਕਿਉਂਕਿ ਸਿਰਫ 7 ਮਹੀਨੇ ਦਾ ਸਮਾਂ ਸੀ, ਫਸਲ ਆ ਗਈ ਹੈ। 7 ਮਹੀਨੇ 'ਚ ਐਡਾ ਵੱਡਾ ਅਰੇਂਜਮੈਂਟ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਕੀਤਾ ਆ। ਰਹੀ ਗੱਲ ਰੈੱਡ ਐਂਟਰੀਜ਼ ਦਾ, ਹੋਰ ਚੀਜ਼ਾਂ ਦੀ, NGT ਵੀ ਹੈਗੀ ਆ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈਗਾ ਆ, ਕੁਛ ਜਿਹੜੀਆਂ ਸਿੱਧੀਆਂ ਵੀ ਹਦਾਇਤਾਂ ਹੁੰਦੀਆਂ ਆ, ਉਹਦੇ ਤੇ ਵੀ ਜੇ ਕੋਈ ਰੈੱਡ ਐਂਟਰੀ ਹੋਈ ਆ ਉਹ ਵੀ ਠੀਕ ਕੀਤੀ ਜਾ ਸਕਦੀ ਆ। ਪਰ ਉਹਦੇ ਨਾਲ ਲੋਕਾਂ ਦਾ ਰਸਤਾ ਰੋਕ ਕੇ ਜਾਂ ਮਤਲਬ ਮਰਨ ਵਰਤ ਰੱਖ ਕੇ ਥੋੜੀ ਰੈੱਡ ਐਂਟਰੀ ਠੀਕ ਹੋਣੀ ਆ। ਰਹੀ ਜ਼ਮੀਨਾਂ ਦੀ ਗੱਲ, ਖੇਤੀ ਮੰਤਰੀ ਸਾਹਿਬ ਨੇ, ਪੰਚਾਇਤ ਮੰਤਰੀ ਸਾਹਿਬ ਨੇ ਜੋ ਕੰਮ ਕੀਤੇ ਆ, ਸਾਰੇ ਪੰਜਾਬ 'ਚ ਸ਼ਲਾਘਾ ਹੋ ਰਹੀ ਆ। ਪੰਚਾਇਤ ਦੀਆਂ ਜ਼ਮੀਨਾਂ, ਜਿਹਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਕਿਹੜੀ ਜ਼ਮੀਨ ਆ ਕਿੱਥੇ ਨਹੀਂ, ਉਹਨਾਂ ਨੇ ਇੰਨੀਆਂ ਜ਼ਮੀਨਾਂ ਟਰੇਸ ਕੀਤੀਆਂ ਆ।
ਤੇ ਬਾਕੀ ਇਹ ਜਿਹੜੀ ਕਹਿ ਰਿਹਾ ਨੋਟੀਫਿਕੇਸ਼ਨ ਤਾਂ ਪਹਿਲੇ ਮਲਕੀਅਤ ਪੰਚਾਇਤਾਂ ਦੀ ਹੈ। ਤੇ ਜੇ ਕੁਝ ਜ਼ਮੀਨਾਂ ਜੇ ਕਹਿੰਦੇ ਵੀ ਆ ਵੀ ਛੋਟੇ ਕਿਸਾਨਾਂ ਨੇ ਆਵਾਜ਼ ਕੀਤੀਆਂ ਆ, ਉਹਨਾਂ ਨੂੰ ਦੇਣੀਆਂ ਚਾਹੀਦੀਆਂ ਜਾਂ ਹੋਣਾ ਚਾਹੀਦਾ, ਉਹਦੇ ਤੇ ਸਰਕਾਰ ਦੀ ਪਾਲਿਸੀ ਬਣਦੀ ਹੁੰਦੀ ਆ। ਉਹਦੇ ਨਾਲ ਪੰਚਾਇਤ ਇਸ ਵੇਲੇ ਤਾਂ ਮਲਕੀਅਤ ਪੰਚਾਇਤ ਦੀ ਆ ਤੇ ਉਹ ਮਰਨ ਵਰਤ ਜਾਂ ਲੋਕਾਂ ਦਾ ਰਸਤਾ ਬੰਦ ਕਰਨ ਲਈ ਜਾਨ ਮਾਲ ਦੀ ਜਿਹੜੀ ਆ ਨੁਕਸਾਨ ਹੁੰਦਾ ਹੈ ਉਹਦੇ ਨਾਲ, ਉਹ ਥੋੜੀ ਹੱਲ ਹੈਗਾ। ਜੇ ਪ੍ਰਿੰਸੀਪਲ ਮੰਗੀਆਂ ਮੈਂ ਤੁਹਾਡੇ ਕੋਲ ਵਾਪਸ ਆਉਣਾ, ਤੁਸੀਂ ਆਪਣਾ ਪੁਆਇੰਟ ਰੱਖਿਆ ਸੰਘੇੜਾ ਸਾਹਿਬ, ਥੋੜਾ ਜਿਹਾ ਵੇਟ ਕਰਿਓ, ਆਪਾਂ ਕਣੀਆਂ ਸਾਹਿਬ ਦਾ ਦੁਬਾਰਾ ਰੁਕ ਕਰਾਂਗੇ। ਮੈਂ ਰੁਲਦੂ ਸਿੰਘ ਮਾਨਸਾ ਜੀ ਦਾ ਰੁਕ ਦੇ ਚੁੱਕੇ ਹਾਂ ਗੌਰਵ ਜੀ, ਜੀ 80 ਕਰੋੜ ਦਾ ਖਰਾਪਾ ਦੇ ਚੁੱਕੇ ਹਾਂ। ਉਦਾਂ ਹੀ ਕਹਿਣਾ ਵੀ ਦਿੱਤਾ ਹੀ ਕੁਝ ਨਹੀਂ, ਗਲਤ ਹੈ ਗੱਲ। ਸੰਘੇੜਾ ਸਾਹਿਬ ਦੇਖੋ, ਗੱਲ ਤਾਂ ਇਹ ਹੈ ਕਿ ਜੇਕਰ ਤੁਸੀਂ ਇੰਨੇ ਦਾਅਵੇ ਕਰ ਰਹੇ ਹੋ ਮੁੰਗੀ ਤੋਂ ਲੈ ਕੇ ਮੁਆਵਜ਼ੇ ਤੱਕ, ਤਾਂ ਡੱਲੇਵਾਲ ਸਾਹਿਬ ਨੂੰ ਜਾ ਕੇ ਸਮਝਾ ਕਿਉਂ ਨਹੀਂ ਪਾ ਰਹੀ ਸਰਕਾਰ ਜਾਂ ਸਰਕਾਰ ਦੇ ਨੁਮਾਇੰਦੇ? ਕਿ ਉਹਨਾਂ ਨੂੰ ਸਮਝਾ ਦਿਓ ਕਿ ਤੁਸੀਂ ਮਰਨ ਵਰਤ ਕਿਉਂ ਰੱਖਿਆ, ਤਾਂ ਸਭ ਕੁਝ ਕਰ ਦਿੱਤਾ ਹੈ। ਜੇ ਹੁਣ ਉਹ ਬੈਠੇ ਹੋਏ ਨੇ, ਜਾਂ ਤਾਂ ਤੁਸੀਂ ਕਹੋਗੇ ਪੋਲੀਟੀਕਲ ਹੈ, ਪੋਲੀਟੀਕਲ ਹੈ ਸਾਰਾ ਕੁਝ। ਨਹੀਂ ਗੌਰਵ ਜੀ, ਅਸੀਂ ਨਹੀਂ ਇਸ ਗੱਲ ਤੇ ਸਿਆਸਤ ਕਰਦੇ। ਅਸੀਂ ਸਿਆਸੀ ਪਾਰਟੀ ਜ਼ਰੂਰ ਆ, ਪਰ ਇਹੋ ਜੀ ਸਿਆਸਤ ਨਹੀਂ ਅਸੀਂ ਕਰਦੇ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਅਸੀਂ ਤਾਂ ਜਦੋਂ ਵੀ ਕਿਸਾਨ ਜਥੇਬੰਦੀਆਂ ਆਈਆਂ, ਕਿਸਾਨ ਆਗੂ ਜਿਹੜੇ ਵੀ ਆਏ, ਅਸੀਂ ਤਾਂ ਕਦੀ ਨਾ ਹੀ ਨਹੀਂ ਕੀਤੀ ਹੈਗੀ। ਆ ਹੁਣ ਖੁਦ ਕਹਿ ਰਹੇ ਨੇ ਕਣੀਆਂ ਸਾਹਿਬ ਕਹਿ ਨਹੀਂ ਰਹੇ ਵੀ ਮੰਗਾਂ ਮੰਨੀਆਂ ਹੋਈਆਂ। ਠੀਕ ਹੈ, ਚਲੋ ਮੈਂ ਕਣੀਆਂ ਸਾਹਿਬ ਦਾ ਰੁਕ ਕਰੂੰਗਾ, ਮੈਂ ਰੁਲਦੂ ਜੀ ਦਾ ਇੱਕ ਵਾਰੀ ਰੁਕ ਕਰੂੰਗਾ। ਕਾਫੀ ਲਾਗੂ ਵੀ ਕੀਤੀਆਂ ਆ, ਕਾਫੀ ਲਾਗੂ ਵੀ ਕੀਤੀਆਂ ਆ ਗੌਰਵ ਜੀ, ਇਹ ਨਹੀਂ ਹੈ। ਮੈਂ ਇੱਕ ਵਾਰੀ ਰੁਲਦੂ ਜੀ ਦਾ ਰੁਕ ਕਰਨਾ। ਧਾਲੀਵਾਲ ਸਾਹਿਬ, ਮੈਂ ਤੁਹਾਡੇ ਕੋਲ ਵੀ ਆਉਣਾ। ਰੁਲਦੂ ਜੀ ਦੇਖੋ, ਗੱਲ ਇਹ, ਤੁਸੀਂ ਖੁਦ ਬਹੁਤ ਸਿਆਣੇ ਹੋ। ਸਿਆਣੇ ਇਹ ਵੀ ਕਹਿੰਦੇ ਨੇ ਕਿ ਜਦੋਂ ਆਪਸ ਦੇ ਵਿੱਚ ਟਸਲ ਹੋ ਜਾਵੇ ਤਾਂ ਫਿਰ ਦੂਜੀ ਪਾਰਟੀ ਫਾਇਦਾ ਚੁੱਕ ਜਾਂਦੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਡੱਲੇਵਾਲ ਸਾਹਿਬ ਦੇ ਖਿਲਾਫ ਬੋਲੀ ਜਾਂਦੇ ਹੋ, ਡੱਲੇਵਾਲ ਸਾਹਿਬ ਤੁਹਾਡੇ ਖਿਲਾਫ ਬੋਲੀ ਜਾਂਦੇ ਨੇ, ਤਾਂ ਇਸ ਦਾ ਫਾਇਦਾ ਕਿਸ ਨੂੰ ਹੋ ਰਿਹਾ ਹੋਏਗਾ? ਕਿਸਾਨਾਂ ਨੂੰ ਤਾਂ ਨਹੀਂ ਹੋ ਰਿਹਾ ਹੋਏਗਾ। ਹਾਂ, ਮੈਂ ਪਹਿਲਾਂ ਢਾਲੀ ਸਾਹਿਬ ਦਾ, ਸਾਡੇ ਸਤਿਕਾਰਯੋਗ ਲੀਡਰ ਨੇ, ਚਾਹੇ ਕਿਸੇ ਪਾਰਟੀ ਦੇ ਨੇ, ਜਵਾਬ ਦੇਦਾ। ਇਹ ਕਹਿੰਦੇ ਵੀ ਪੰਜਾਬ ਸਰਕਾਰ ਮੰਗਾਂ ਮੰਨ ਤਾਂ ਗਈ, ਲਾਗੂ ਨਹੀਂ ਕਰਦੀ, ਮੰਨਦੀ ਨਹੀਂ। ਮੋਦੀ ਸਾਹਿਬ ਨੇ ਕਿਹਾ ਸੀਗਾ 15 ਲੱਖ ਰੁਪਏ ਇੱਕ ਪਰਿਵਾਰ ਨੂੰ ਦੇਵਾਂ ਤੇ 2 ਕਰੋੜ ਨੌਕਰੀ ਦੇਵਾਂਗੇ, ਤੇ ਉਦੋਂ ਬਾਅਦ ਸ਼ਾਹ ਦਾ ਬਿਆਨ ਆਉਂਦਾ ਹੈ ਇਹ ਤਾਂ ਸਾਡੀ ਜੁਮਲੇਬਾਜ਼ੀ ਸੀ। ਇਹ ਸਾਰੀਆਂ ਸਰਕਾਰਾਂ, ਉਹ ਸਟੇਟ ਦੀਆਂ ਹੋਣ, ਉਹ ਸੈਂਟਰ ਦੀਆਂ ਹੋਣ, ਉਹ ਜੁਮਲੇਬਾਜ਼ੀਆਂ ਕਰਦੀਆਂ। ਜਿਹੜਾ ਸਾਥੀ ਡੱਲੇ ਵਾਲਾ ਕਹਿ ਰਿਹਾ ਵੀ ਨਸ਼ਾ ਆਉਂਦਾ ਹੈ, ਇਹ ਘੱਟ ਤਜਰਬੇਕਾਰ ਬੰਦੇ ਨੇ, ਤਾਂ ਨਹੀਂ ਨਾ। ਜੇ ਮਤਲਬ ਹੈ ਨਸ਼ਾ ਲਿਆਉਂਦਾ ਕੌਣ ਹੈ? ਗੁਜਰਾਤ ਦੀਆਂ ਬੰਦਰਗਾਹਾਂ ਤੇ ਆਉਂਦਾ ਹੈ, ਦਾਨੀ ਵਾਨੀ ਨਸ਼ਾ ਲਿਆਉਂਦੇ ਨੇ, ਉਹ ਸਾਰੇ ਦੇਸ਼ ਦੇ ਵਿੱਚ ਵੰਡਦੇ ਨੇ, ਵੱਡੀ ਤਕਰ ਤੇ ਰੁਪਈਆ ਬਣਦਾ ਹੈ। ਛੋਟੀਆਂ ਗੱਲਾਂ ਜੋ ਮਰਜ਼ੀ ਕਰੀ ਜਾਓ, ਜਿਹੋ ਜਿਹਾ ਕੰਮ ਸੈਂਟਰ ਸਰਕਾਰ ਨੇ ਕਰਿਆ, ਪੰਜਾਬ ਸਰਕਾਰ ਉਦੋਂ 4 ਗੁਣਾ ਠੀਕ ਕਰ ਰਹੀ ਹੈ। ਨਹੀਂ, ਪਰ ਰੁਲਦੂ ਜੀ ਲੱਗ ਇਹ ਰਿਹਾ ਕਿ ਜਿਹੜੀ ਗੱਲ ਸਿਆਸੀ ਤੌਰ ਤੇ ਆਮ ਆਦਮੀ ਪਾਰਟੀ ਨਹੀਂ ਕਹਿ ਪਾ ਰਹੀ, ਉਹ ਰੁਲਦੂ ਸਿੰਘ ਮਾਨਸਾ ਬੋਲ ਰਹੇ ਨੇ। ਹਾਂ, ਬੋਲੂੰਗਾ। ਮੋਦੀ ਸਾਹਿਬ ਨੇ ਰੂਸ ਨਾਲ ਸੰਬੰਧ ਕਰੇ ਨੇ, ਮੈਂ ਗੱਲ ਠੀਕ ਕਹੀ ਹੈ, ਅਮਰੀਕਾ ਨਾਲ ਨਹੀਂ ਕਰੇ। ਜਿਹੜਾ ਸਾਡਾ ਲੀਡਰ ਭਾਰਤ ਦਾ, ਉਹ ਲੀਡਰ ਸਾਡਾ ਹੀ ਹੁੰਦਾ। ਪ੍ਰਧਾਨ ਮੰਤਰੀ ਇਕੱਲੇ ਦਾ ਨਹੀਂ, ਮੇਰਾ ਵੀ ਹੈ। ਮੁੱਖ ਮੰਤਰੀ ਕਿਸੇ ਇਕੱਲੇ ਦਾ ਨਹੀਂ, ਰੁਲਦੂ ਦਾ ਵੀ ਹੈ, ਚਾਹੇ ਵੋਟ ਪਾਈ ਨਾ ਪਾਈ। ਉਹਨੇ ਮਤਲਬ ਅਮਰੀਕਾ ਨਾਲ ਸੰਬੰਧ ਨਹੀਂ ਕਰੇ, ਰੂਸ ਨਾਲ ਕਰੇ। ਤੁਸੀਂ ਬਹੁਤ ਦੂਰ ਨਿਕਲ ਗਏ ਸਰ, ਪੰਜਾਬ 'ਚ ਆ ਜਾਈਏ ਨਾ। ਮੈਂ ਤਾਂ ਇਹੀ ਪੁੱਛ ਰਿਹਾ ਕਿ ਡੱਲੇਵਾਲ ਸਾਹਿਬ ਨੂੰ ਜਾਂ ਤਾਂ ਤੁਸੀਂ ਜਾਓ ਫਿਰ ਫਰੀਦਕੋਟ, ਸਮਝਾ ਦਿਓ ਧਰਨੇ 'ਚ ਜਾ ਕੇ ਕਿ ਨਹੀਂ ਡੱਲੇਵਾਲ ਜੀ, ਤੁਸੀਂ ਆਹ ਗੱਲ ਠੀਕ ਨਹੀਂ ਸੋਚ ਰਹੇ, ਸਰਕਾਰ ਨੇ ਕੰਮ ਕਰ ਦਿੱਤੇ ਨੇ, ਉਹਨਾਂ ਨੂੰ ਦੱਸ ਦਿਓ ਤੇ ਉਹ ਧਰਨਾ ਆਪਣਾ ਖਤਮ ਕਰ ਦੇਣ। ਡੱਲੇਵਾਲ ਸਾਹਿਬ ਮੀਟਿੰਗ ਸੱਦ ਲਈ ਸਾਡੀ, ਸਾਰੇ ਜਿੰਨੀਆਂ ਪੁਰਾਣੀਆਂ ਜਥੇਬੰਦੀਆਂ ਨਾਲ, ਤਾਂ ਏਕਤਾ ਹੋ ਜੂ ਦੁਬਾਰੇ। ਮੀਟਿੰਗ ਸੱਦ ਲੈ, ਬੋਲਿਆ, ਕੁਛ ਕਰਿਆ, ਉਹ ਸਾਰੇ ਮਤਭੇਦ ਮੁੱਕ ਜਾਣਗੇ। ਪਹਿਲਾਂ ਕੌਣ ਸੱਦਦਾ ਸੀ ਮੀਟਿੰਗ? ਹੈ ਪਹਿਲਾਂ ਮੀਟਿੰਗ ਕੌਣ ਸੱਦਦਾ ਸੀ? ਐਸਕੇਐਮ ਦੀ 32 ਜਥੇਬੰਦੀਆਂ ਦੀ ਮੀਟਿੰਗ ਕੌਣ ਸੱਦਦਾ ਸੀ? ਡੱਲੇਵਾਲ ਸਾਹਿਬ ਛੱਡ ਕੇ ਆਇਆ ਮੋਰਚੇ ਨੂੰ ਵੀ ਮੈਂ ਤਾਂ ਰਹਿਣਾ ਨਹੀਂ ਜੇ ਇੱਥੇ ਆਉਣਗੇ ਇਹ ਬੰਦੇ, ਮਤਲਬ ਖਾਲੀ ਭ੍ਰਿਸ਼ਟ ਹੋ ਗਏ, ਦਾਗੀ ਹੋ ਗਏ, ਇਲੈਕਸ਼ਨ ਲੜ ਲਿਆ। ਡੱਲੇਵਾਲ ਸਾਹਿਬ ਨੇ ਮੋਰਚਾ ਲਾਇਆ, ਮੀਟਿੰਗ ਨੇ ਵਗ ਜਾਗੇ। ਹਾਂ, ਵਗ ਜਾਗੇ, ਕੋਈ ਟਿੱਕਾ ਨਹੀਂ ਪੈਂਦਾ। ਨਹੀਂ, ਮੈਂ ਤਾਂ ਇਹੀ ਕਹਿ ਰਿਹਾ ਨਾ ਕਿ ਤੁਹਾਨੂੰ ਲੱਗ ਰਿਹਾ ਕਿ ਸਰਕਾਰ ਨੇ ਮੰਗਾਂ ਮੰਨ ਲਈਆਂ, ਸਰਕਾਰ ਨੇ ਸਭ ਕੁਝ ਕਰ ਦਿੱਤਾ, ਤਾਂ ਫਿਰ ਜਥੇਬੰਦੀਆਂ ਨੂੰ ਇਕੱਠੇ ਕਰਕੇ ਤੁਸੀਂ ਡੱਲੇਵਾਲ ਸਾਹਿਬ ਕੋਲ ਚਲੇ ਜਾਓ। ਉਹਨਾਂ ਦੀ ਤਬੀਅਤ ਵਿਗੜ ਰਹੀ ਹੈ ਸਰ, 5-6 ਦਿਨ ਹੋ ਗਏ ਬੈਠੇ ਨੇ ਮਰਨ ਵਰਤ ਉੱਤੇ, ਭੁੱਖੇ ਪਿਆਸੇ, ਤੁਹਾਡੇ ਤਾਂ ਸਾਥੀ ਰਹੇ ਨੇ। ਨਹੀਂ, ਨਾ ਵੀ ਮੰਗਾਂ ਮੰਨੀਆਂ ਹੋਣ, ਫਿਰ ਇਹੋ ਜਿਹੇ ਲੋਕਾਂ ਨੂੰ ਤੰਗ ਕਰਨਾ, ਨਾ ਵੀ ਮੰਨੀਆਂ ਹੋਣ। ਨਹੀਂ, ਲੋਕਾਂ ਨੂੰ ਤੰਗ ਕਰਨ ਦੇ ਨਾਲ ਨਾਲ ਉਹ ਖੁਦ ਵੀ ਤੰਗ ਤਾਂ ਹੋ ਹੀ ਰਹੇ ਨੇ ਨਾ। 5 ਦਿਨ ਹੋ ਗਏ ਮਰਨ ਵਰਤ ਤੇ ਬੈਠੇ ਨੇ। ਤੁਸੀਂ ਚੰਡੀਗੜ੍ਹ ਬਹਿ ਜਾਂਦੇ, ਉੱਥੇ ਮਟਕਾ ਚੌਕ ਚ ਬਾਈ ਜਾ ਕੇ ਰੱਖ ਲੈਂਦੇ, ਵਰਤ ਵੀ ਮਤਲਬ ਮਰਨਾ। ਮਾਤਲ ਦੇਖ ਲੜਾਈ ਦਾ ਦੇਖ ਕੇ ਭਗਤ ਸਿੰਘ ਨੇ ਸਾਨੂੰ ਸਿਖਾਇਆ ਵੀ ਜੇ ਕੋਈ ਮਤਲਬ ਚਵਾਨੀ ਦੇ ਦੇ 75 ਪੈਸਿਆਂ ਪਰ ਫੇਰ। ਹੁਣ ਇਹ ਨਹੀਂ ਚੱਲਦਾ, ਇਹ ਆਪਦੀ ਹੋਮ ਆ ਵੀ ਮੈਂ ਲੀਡਰ ਵੱਡਾ, ਮੈਂ ਲੜਕੇ ਦਿਖਾਊਂਗਾ।
ਮੈਂ ਤਾਂ ਮੈਂ ਤਾਂ ਰਾਏ ਦਿੱਤੀ ਸੀ ਵੀ ਡੱਲੇਵਾਲ ਸਾਹਿਬ ਸਾਡਾ ਸਾਥੀ ਹੈ, ਆਹ ਕੰਮ ਨਾ ਕਰ, ਤੂੰ ਮੀਟਿੰਗ ਸੱਦ ਲੈ, ਜੀ। ਸੱਦ ਕੇ ਇਹਨੂੰ ਦੁਬਾਰੇ ਸੋਚਣਾ ਚਾਹੀਦਾ। ਜੀ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਕਣੀਆ ਸਾਹਿਬ ਤੁਸੀਂ ਜਵਾਬ ਦਿਓ, ਪਰ ਉਸ ਤੋਂ ਪਹਿਲਾਂ ਢਾਲੀਵਾਲ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਢਾਲੀਵਾਲ ਸਾਹਿਬ ਦੇਖੋ, ਮੈਂ ਗੌਰਵ ਜੀ ਜਿਹੜੀ ਗੱਲ ਰੱਖ ਰਿਹਾ ਸੀ ਨਾ, ਉਹ ਸਰਕਾਰ ਤੇ ਰੱਖ ਰਿਹਾ ਸੀ। ਨਾਲੇ ਤਾਂ ਇੱਕ ਪਾਸੇ ਕਹਿ ਰਹੇ ਆ ਕਿ ਅਸੀਂ ਤਾਂ ਜੀ ਕੋਈ ਗੱਲ ਨਹੀਂ ਕਹਿਣੀ, ਸੰਘੇੜਾ ਸਾਹਿਬ ਬਹੁਤ ਸਤਿਕਾਰਯੋਗ ਨੇ, ਬੜੇ ਪਿਆਰ ਨਾਲ ਅੱਜ ਬਚ ਰਹੇ ਨੇ, ਤੇ ਨਾਲੇ ਦੋਨੇ ਧਿਰਾਂ ਨੂੰ ਉਹਨਾਂ ਨੇ ਲੜਾਤਾ। ਔਰ ਮੈਂ ਸ਼ਰੇਆਮ ਤੁਹਾਡੇ ਚੈਨਲ ਤੇ ਕਹਿਣਾ, ਮੁੱਖ ਮੰਤਰੀ ਸਾਹਿਬ ਦੇ ਬਿਆਨ ਨੇ ਸਰਕਾਰਾਂ ਦੇ ਜਿਹੜਾ ਕਿਸਾਨਾਂ ਦੇ ਵਿੱਚ ਫੁੱਟ ਪਾਈ ਆ। ਪਰ ਮੈਂ ਇੱਕ ਗੱਲ ਹੋਰ ਰੱਖਣੀ ਚਾਹੁੰਦਾ, ਜਿਹੜੀ ਆਪਣੀ ਜਿਹੜੀ ਧਿਰ ਧਰਨਾ ਦੇ ਰਹੀ ਹੈ, ਉਹਨਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਪਹਿਲਾਂ ਵੀ ਜਦੋਂ ਅੰਦੋਲਨ ਹੋਇਆ ਸੀ ਨਾ, ਤਾਂ ਰਸਤੇ ਖੁੱਲੇ ਸੀ, ਤਾਂ ਜਿਹੜੇ ਰਸਤੇ ਆ ਉਹ ਜ਼ਰੂਰ ਪਬਲਿਕ ਵਾਸਤੇ ਖੋਲ ਦੇਣੇ ਚਾਹੀਦੇ ਆ। ਤੇ ਜਿੱਥੇ ਧਰਨੇ ਲੱਗੇ ਆ, ਉੱਥੋਂ ਪਬਲਿਕ ਆਉਂਦੀ ਜਾਂਦੀ ਰਵੇ, ਇਹਦੇ ਨਾਲ ਜਿਹੜਾ ਆਮ ਲੋਕ ਜਿਹੜੇ ਹੈਗੇ ਆ ਉਹ ਸੌਖੇ ਹੋ ਜਾਣਗੇ। ਇਹ ਤਾਂ ਸਾਰੇ ਅਸੀਂ ਅਪੀਲ ਕਰਦੇ ਹਾਂ ਹੱਥ ਜੋੜ ਕੇ ਵੀ ਕਮ ਸੋ ਕਮ, ਕਿਉਂਕਿ ਤੁਹਾਡੀ ਲੜਾਈ ਸਰਕਾਰ ਦੇ ਨਾਲ ਹੈ, ਔਰ ਸਰਕਾਰ ਜਿਹੜੀਆਂ ਚਾਲਾਂ ਕਰੀ ਜਾਂਦੀ ਲੋਕ ਸਮਝ ਰਹੇ ਆ। ਤੁਸੀਂ ਲੋਕਾਂ ਲਈ ਜਿਹੜਾ ਹੈਗਾ ਰਸਤਾ ਜਿਹੜਾ ਉਹ ਜ਼ਰੂਰ ਖੋਲੋ। ਮਤਲਬ ਤੁਸੀਂ ਫੇਵਰ ਦੇ ਵਿੱਚੋਂ ਡੱਲੇਵਾਲ ਸਾਹਿਬ ਦੇ ਧਰਨੇ ਪ੍ਰਦਰਸ਼ਨ ਦੇ ਨਾਲ ਹੋ? ਨਹੀਂ, ਮੈਂ ਕਿਸਾਨੀ ਦੇ ਨਾਲ ਆ, ਮੈਂ ਕਿਸੇ ਇੱਕ ਧਿਰ ਦੇ ਨਾਲ ਨਹੀਂ ਹੈਗਾ। ਅਸੀਂ ਕਿਸਾਨੀ ਦੇ ਨਾਲ ਆ, ਔਰ ਜਿਹੜੀਆਂ ਕਿਸਾਨੀ ਦੀਆਂ ਮੰਗਾਂ ਹੈ ਸਰਕਾਰ ਤੋਂ, ਉਹ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ। ਸਰਕਾਰ ਨੋਟੀਫਿਕੇਸ਼ਨ ਜਾਰੀ ਕਰੇ, ਉਹਨਾਂ ਸਾਰੀਆਂ ਮੰਗਾਂ ਤੇ ਸਿਰਫ ਇਹ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੇ, ਸਿਰਫ ਇਹ ਸਲਾਹ ਦੇ ਕੇ ਤੋਰ ਦਿੰਦੇ ਵੀ ਅਸੀਂ ਮੰਨ ਲਈਆਂ, ਅਸੀਂ ਤੁਹਾਡੇ ਵੱਡੇ ਆ ਜੀ, ਆਹ ਦੇਖੋ ਜੀ ਹੁਣੇ ਕਹੀ ਜਾਂਦੇ ਆ। ਨੋਟੀਫਿਕੇਸ਼ਨ ਇਹਨਾਂ ਨੇ ਇੱਕ ਵੀ ਨਹੀਂ ਦਿੱਤਾ ਜੀ, ਔਰ ਕੋਈ ਮੁਆਵਜ਼ਾ ਨਹੀਂ ਦਿੱਤਾ। ਸ਼ਰੇਆਮ ਝੂਠ ਮਾਰਦੇ ਆ ਕੇ, ਜਿਹੜਾ ਕਹਿੰਦੇ ਮੂੰਗੀ ਤੇ ਮੁਆਵਜ਼ਾ ਦਿੱਤਾ, ਇਹਨਾਂ ਨੇ ਸਿਰਫ 5% ਲੋਕਾਂ ਨੂੰ ਮੁਆਵਜ਼ਾ ਦਿੱਤਾ, ਮੁਆਵਜ਼ਾ ਹੀ ਨਹੀਂ ਪਹੁੰਚਿਆ ਕਿਸੇ ਕੋਲ। ਇਹ ਆਪਣੇ ਦਾਅਵੇ ਨੇ। ਸੰਘੇੜਾ ਸਾਹਿਬ ਛੋਟਾ ਜਿਹਾ ਰਿਐਕਸ਼ਨ, ਡਿਵਾਈਡ ਐਂਡ ਰੂਲ ਵਾਲੀ ਨੀਤੀ ਦੇ ਉੱਤੇ ਇਸ ਸਮੇਂ ਸਰਕਾਰ ਹੈ। ਗੌਰਵ ਜੀ ਇਹ ਬਿਲਕੁਲ ਝੂਠ ਬੋਲ ਰਹੇ ਨੇ। ਮੈਂ ਇਹਨਾਂ ਦੀ ਕੋਈ ਗੱਲ 'ਚ ਦਮ ਨਹੀਂ ਹੈਗਾ, ਮੈਂ ਅੰਕੜੇ ਦਿੱਤੇ ਆ ਬਕਾਇਦਾ ਜ਼ਿੰਮੇਵਾਰੀ ਨਾਲ। ਗੌਰਵ ਜੀ ਮੈਂ ਇੱਕ ਹੋਰ ਘਣੀਆਂ ਸਾਹਿਬ ਦੀ ਗੱਲ ਦਾ ਜਵਾਬ ਦੇਣਾ ਚਾਹੁੰਦਾ। ਜਿਹੜੀ ਇਹਨਾਂ ਨੇ ਮੰਗਾਂ ਦੀ ਗੱਲ ਕੀਤੀ ਹੈ, ਨਸ਼ਿਆਂ ਬਾਰੇ ਮੈਂ ਇੰਨਾ ਹੀ ਕਹਿਣਾ ਵੀ ਇਹ ਸਪੈਸ਼ਲ ਟਾਸਕ ਫੋਰਸ ਬਣਾਈ ਹੋਈ ਆ, ਗੁਜਰਾਤ ਤੱਕ ਵੀ ਜਿਹੜੇ ਨਸ਼ੇ ਫੜ ਹੋਏ ਆ, ਪੰਜਾਬ ਪੁਲਿਸ ਦੀ ਨਿਸ਼ਾਨਦੇਹੀ ਤੇ ਫੜ ਹੋਏ ਆ, ਪੰਜਾਬ ਪੁਲਿਸ ਨੇ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਉਹਦੇ ਨਾਲ ਫੜ ਹੋਏ ਆ, ਔਰ ਪੰਜਾਬ 'ਚ ਅੱਜ ਵੀ ਡਰੱਗ ਪੈਡਲਰ ਫੜੇ ਆ। ਹਰ ਇੱਕ ਜਗ੍ਹਾ ਤੇ ਸਖਤੀ ਕਰਕੇ ਕਾਰਵਾਈ ਹੋ ਰਹੀ ਆ ਉਧਰਲੇ ਪਾਸੇ। ਤੇ ਬਾਕੀ ਜਿਹੜੀ ਦੂਸਰੀ ਗੱਲ ਹੋਰ ਬਾਕੀ ਗੱਲਾਂ ਕਰ ਰਹੇ ਆ, ਇੱਕ ਟਾਈਮ ਗੈਪ ਹੁੰਦਾ। ਮੈਂ ਗੌਰਵ ਜੀ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰਨਾ ਕਿ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ, ਸਰਕਾਰ ਬਣਨ ਤੋਂ ਬਾਅਦ ਐਲਾਨ ਕਰਤਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਤੀ। ਕਿਸੇ ਮੁਲਾਜ਼ਮ ਜਥੇਬੰਦੀ ਨੇ ਧਰਨੇ ਨਹੀਂ ਦਿੱਤੇ ਕਿ ਨੋਟੀਫਿਕੇਸ਼ਨ ਨਹੀਂ ਹੋਈ ਜੀ, ਨੋਟੀਫਿਕੇਸ਼ਨ ਨਹੀਂ ਹੋਈ। 1.5-2 ਮਹੀਨੇ ਲੱਗੇ, ਨੋਟੀਫਿਕੇਸ਼ਨ ਹੋ ਗਈ। ਪੰਜਾਬ ਵਿੱਚ ਐਲਾਨ ਕਰਤਾ ਮੁੱਖ ਮੰਤਰੀ ਸਾਹਿਬ ਨੇ ਕਿ ਜੁਲਾਈ ਤੋਂ ਬਿਜਲੀ ਫ੍ਰੀ, ਔਰ ਕਿਸੇ ਨੇ ਨਹੀਂ ਧਰਨੇ ਦਿੱਤੇ ਵੀ ਨਹੀਂ ਨੋਟੀਫਿਕੇਸ਼ਨ ਨਹੀਂ ਹੋਈ, ਨੋਟੀਫਿਕੇਸ਼ਨ ਨਹੀਂ ਹੋਈ। ਜੁਲਾਈ ਤੋਂ ਕਿਹਾ ਸੀ, 1 ਜੁਲਾਈ ਤੋਂ ਬਿਜਲੀ ਫ੍ਰੀ ਹੋ ਗਈ। ਬਾਕੀ ਵੀ ਮੰਗਾਂ ਬਹੁਤ ਇਦਾਂ ਹੀ ਲਾਗੂ ਕੀਤੀਆਂ। ਇਹ ਘਣੀਆਂ ਸਾਹਿਬ ਕਹਿ ਰਹੇ ਸਰਕਾਰ ਨੇ ਕੀਤਾ ਕੀ ਆ। ਅਸੀਂ ਤਾਂ 1 ਬਾਈ 1 ਚਾਹੇ ਉਹ ਕਿਸਾਨਾਂ ਦੀਆਂ ਮੰਗਾਂ ਆ, ਚਾਹੇ ਆਮ ਲੋਕਾਂ ਦੀਆਂ ਆ, ਉਹ ਸਾਰੀਆਂ ਲਾਗੂ ਕਰ ਰਹੇ ਆ। ਮੈਂ ਫਿਰ ਰਿਪੀਟ ਕਰਨਾ ਚਾਹੁੰਦਾ, ਫਾਰਮਰ ਫਰੈਂਡਲੀ ਸਰਕਾਰ ਹੈ ਪੰਜਾਬ ਦੀ ਸਰਕਾਰ। ਜਿਹੜੀ ਆ ਫਾਰਮਰ ਫਰੈਂਡਲੀ ਸਰਕਾਰ ਹੈ। ਮੈਂ ਜਿੰਨਾ ਬਾਕੀ ਆਗੂਆਂ ਦਾ ਸਤਿਕਾਰ ਕਰਦਾ, ਡੱਲੇਵਾਲ ਸਾਹਿਬ ਦਾ ਵੀ ਉਦਾਂ ਹੀ ਸਤਿਕਾਰ ਕਰਦਾ, ਪਰ ਕਿਸੇ ਨੂੰ ਕਿਸੇ ਦੇ ਸਿਰ ਚੜ ਕੇ ਮਰਨ ਵਰਤੇ ਖਤਮ ਕਰਨ ਵਾਲੀ ਕੋਈ ਸਿਆਣਪ ਨਹੀਂ ਹੈ। ਕਿਸਾਨਾਂ ਨੂੰ ਝੂਠ ਮਾਰਨ ਵਾਲੀ ਸਰਕਾਰ ਹੈ। ਢਾਲੀਵਾਲ ਸਾਹਿਬ ਤੁਸੀਂ ਤਾਂ, ਮੈਂ ਤਾਂ ਪਹਿਲਾਂ ਕਲੀਅਰ ਕਹਿਤਾ, ਤੁਸੀਂ ਸਾਨੂੰ ਡੀਸਟੇਬਲਾਈਜ਼ ਕਰਨਾ ਚਾਹੁੰਦੇ ਹੋ ਪੰਜਾਬ ਦੀ ਸਰਕਾਰ ਨੂੰ, ਪਰ ਹੋਣਾ ਨਹੀਂ। ਪਹਿਲਾਂ ਤੁਸੀਂ ਆਪਰੇਸ਼ਨ ਲੋਟਸ ਰਾਹੀਂ ਕੋਸ਼ਿਸ਼ ਕੀਤੀ ਆ, ਕਿਸਾਨਾਂ ਨੂੰ ਡੀਸਟੇਬਲਾਈਜ਼ ਕਰ ਰਹੇ ਹੋ। ਤੁਸੀਂ ਕਿਸਾਨਾਂ ਦਾ ਏਕਾ ਤੋੜ ਰਹੇ ਹੋ। ਵੱਡੀ ਪ੍ਰਚਾਰ ਕਰ ਰਹੇ ਹੋ। ਇੱਕ ਵਿਅਕਤੀ ਦਾ ਆਪਰੇਸ਼ਨ ਹੋਇਆ, ਸਰਕਾਰ ਕਿਸਾਨਾਂ ਨੇ ਬਣਾਈ ਸੀ। ਠੀਕ ਹੈ, ਤੁਸੀਂ ਦੋਵੇਂ ਸਕਾਈਪ ਦੇ ਜ਼ਰੀਏ ਜੁੜੇ ਹੋਏ ਹੋ, ਧਿਆਨ ਰੱਖੋ ਕਿ ਗੱਲ ਫਿਰ ਜਾਏਗੀ ਨਹੀਂ, ਕੀ ਕਰਕੇ ਬੋਲਣਾ ਹੋਏਗਾ। ਨਹੀਂ ਆਪਾਂ ਕੱਲੇ ਢਾਲੀਵਾਲ ਸਾਹਿਬ, ਮੈਂ ਤੁਹਾਡੀ ਗਲਤੀ ਬੋਲਿਆ, ਕੱਲੇ ਆਪਾਂ